ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਵੀਡੀਓ ਦੇ ਵਿੱਚ ਗੁਰਮੁਖੀ ਪੰਜਾਬੀ ਦੇ ਦੋ ਅੱਖਰ ঙ ਅਤੇ ඤ ਦਾ ਉਚਾਰਨ ਆਪਾਂ ਸਿੱਖਾਂਗੇ। ਨਾਲ ਹੀ ਦੇਖਾਂਗੇ ਕਿ ਇਹਨਾਂ ਤੋਂ ਸ਼ਬਦ ਕਿਹੜੇ-ਕਿਹੜੇ ਬਣਦੇ ਹਨ ਔਰ ਗੁਰਬਾਣੀ ਵਿੱਚ ਕਿਹਨਾਂ ਰੂਪਾਂ ਵਿੱਚ ਕਿਹੜੀਆਂ ਲਗਾ ਮਾਤਰਾਂ ਦੇ ਨਾਲ ਇਹਨਾਂ ਅੱਖਰਾਂ ਦੀ ਵਰਤੋਂ ਹੋਈ ਹੈ। ਸੋ ਪਹਿਲਾ ਅੱਖਰ ਜਿਹੜਾ ਕਵਰਗ ਦਾ ਅੰਤਲਾ ਅੱਖਰ ਹੈ 35 ਦਾ 10ਵਾਂ ਅੱਖਰ ঙ। ਸਭ ਤੋਂ ਪਹਿਲਾਂ ਤਾਂ ਦੇਖੀਏ ਕਿ ਇਸ ਦਾ ਉਚਾਰਨ ਕਿਵੇਂ ਕਰਨਾ ਹੈ। ਸੋ ਇਸ ਅੱਖਰ ਦਾ ਉਚਾਰਨ ਕਰਨ ਦੇ ਲਈ ਕੋਈ ਜੀਭ ਨੂੰ ਕਿਸੇ ਪਾਸੇ ਘੁਮਾਉਣ ਦੀ, ਵਲਣ ਦੀ, ਉਲਟਾਉਣ ਦੀ ਕੋਈ ਲੋੜ ਨਹੀਂ ਹੈ। ਬਿਲਕੁਲ ਸਿੰਪਲ ਜਿਹੇ ਤਰੀਕੇ ਦੇ ਨਾਲ, ਜਿਵੇਂ ਆਪਾਂ ਕੱਕਾ ਬੋਲਦੇ ਹਾਂ, ਖੱਖਾ ਬੋਲਦੇ ਹਾਂ, ਗੱਗਾ ਬੋਲਦੇ ਹਾਂ, ਘੱਗਾ ਬੋਲਦੇ ਹਾਂ, ਇਸੇ ਤਰ੍ਹਾਂ ঙ ਬੋਲਿਆ ਜਾਵੇਗਾ। ਬਸ ਸਿਰਫ ਨੱਕ ਦੇ ਰਾਹੀਂ ਆਵਾਜ਼ ਬਾਹਰ ਕੱਢਣੀ ਹੈ। ਅਨੁਨਾਸਕੀ ਅੱਖਰ ਹਨ ਇਹ ਦੋਵੇਂ। ਸੋ ਇਹ ਅੱਖਰ ਦਾ ਉਚਾਰਨ ਬੜੇ ਸੌਖੇ ਤਰੀਕੇ ਦੇ ਨਾਲ ਹੋਏਗਾ ঙ। ਨਾ ਇਹ ਗੱਗਾ ਹੈ, ਨਾ ਇਹ ਘੱਗਾ ਹੈ, ਨਾ ਇਹ ਨਈਆਂ ਹੈ। ਨਈਆਂ ਤਾਂ ਕੋਈ ਅੱਖਰ ਹੀ ਪੰਜਾਬੀ ਦੇ ਵਿੱਚ ਨਹੀਂ ਹੈ। ਸੋ ঙ ਅੱਖਰ ਹੈ। ਇਹ ਜਿਹੜਾ ঙ ਅੱਖਰ ਹੈ ਇਹਨੂੰ ਖਾਲੀ ਕਹਿ ਕੇ ਖਾਨਾ ਪੂਰਤੀ ਨਹੀਂ ਕਰਨੀ। ਸੋ ਇਹਨਾਂ ਅੱਖਰਾਂ ਤੋਂ ਬਹੁਤ ਸਾਰੇ ਸ਼ਬਦ ਬਣਦੇ ਹੈ। ਆਰੰਭਤਾ ਦੇ ਵਿੱਚ ਵੀ ਸ਼ਬਦ ਦੇ ਇਹ ਅੱਖਰ ਵਰਤਿਆ ਜਾਂਦਾ ਹੈ, ਮੱਧ ਵਿੱਚ ਵੀ ਅਤੇ ਅੰਤ ਵਿੱਚ ਵੀ। ਇਹਨਾਂ ਅੱਖਰਾਂ ਦੀ ਆਵਾਜ਼ ਨੱਕ ਦੇ ਰਾਹੀਂ ਆਉਂਦੀ ਹੈ ਬਾਹਰ, ਇਸ ਕਰਕੇ ਇਹਨੂੰ ਅਨੁਨਾਸਕੀ ਸ਼ਬਦ ਕਿਹਾ ਜਾਂਦਾ ਹੈ। ਬੜੇ ਸ਼ਬਦ ਬਣਦੇ ਹਨ, ਜਿਵੇਂ ਆਪਾਂ ਸ਼ਬਦ ਲਿਖੀਏ ਕੱਕੇ ਤੇ ਟਿੱਪੀ, ঙ ਨਾਣਾ, ਕੰਗਣ। ਆਮ ਤੌਰ 'ਤੇ ਆਪਾਂ ਸੋਚਦੇ ਹਾਂ ਵੀ ਕੱਕੇ ਤੇ ਟਿੱਪੀ ਗੱਗਾ ਨਾਣਾ ਕੰਗਣ, ਪਰ ਅਸਲ ਸ਼ਬਦ ਇਹੋ ਹੀ ਹੈ। ਉਹ ਅਸੀਂ ਆਪਣੀ ਸੌਖ ਦੇ ਲਈ ਉਹਨਾਂ ਨੂੰ ਸੌਖੇ ਤਰੀਕੇ ਨਾਲ ਲਿਖਣਾ ਜਾਂ ਬੋਲਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਰੰਗ, ਰੰਗਣ, ਕੰਘਾ। ਆਮ ਤੌਰ 'ਤੇ ਘੱਗੇ ਨਾਲ ਲਿਖਦੇ ਹਾਂ ਕੰਘਾ, ਪਰ ਅਸਲ ਸ਼ਬਦ ਹੈ ਕੰਘਾ। ਇਸੇ ਤਰ੍ਹਾਂ ਗਿਆਨ, ਗਿਆਨੀ, ਗਰਾਸ, ਗਣਤੀ। ਗੁਰਬਾਣੀ ਵਿੱਚ ਇਹਨਾਂ ਅੱਖਰਾਂ ਦੇ ਵੱਖ-ਵੱਖ ਪੰਕਤੀਆਂ ਦੇ ਵਿੱਚ ਸਾਨੂੰ ਦਰਸ਼ਨ ਹੁੰਦੇ ਹਨ। ਮੁਕਤੇ ਰੂਪ ਵਿੱਚ ਵੀ ਆਉਂਦੇ ਆ, ਕੰਨੇ ਨਾਲ, ਸਿਹਾਰੀ ਨਾਲ, ਬਿਹਾਰੀ ਨਾਲ। ਮੁਕਤਾ ਰੂਪ ਵਿੱਚ ਵਰਤੋਂ ਕੀਤੀ ਗਈ ਹੈ ਗਣਤੀ ਗਣੀ ਨਹੀਂ ਕੋਊ ਛੂਟੈ। ਕੰਨਾ ਲਾ ਕੇ ਵਰਤੋਂ ਕੀਤੀ ਗਈ ਹੈ ਸਿਦੰ ਆਇਐ ਸਿਮਰਹਿ ਨਾਹੀ ਨੰਨੈ ਨਾ ਤੁਧ ਨਾਮ ਲਿਆ। ਸਿਹਾਰੀ ਲਾ ਕੇ ਵਰਤੋਂ ਹੋਈ ਹੈ ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੂਕਰ ਭਸ ਮੇਹੀ। ਬਿਹਾਰੀ ਲਾ ਕੇ ঙ ਸ਼ਬਦ ਨੂੰ ਵਰਤਿਆ ਗਿਆ ਹੈ ਸਿੰਘੀ ਸ਼ਬਦ ਸਦਾ ਧੁਨ ਸੋਹੈ ਅਹਨਿਸ ਪੂਰੈ ਨਾਦੰ। ਇਸੇ ਤਰ੍ਹਾਂ ਔਂਕੜ ਲਾ ਕੇ ਵਰਤੋਂ ਹੋਈ ਹੈ ਮੁੰਦ ਇਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ। ਦੁਲਾਵਾਂ ਲਾ ਕੇ ਆਇਆ ਹੈ ਆਇਓ ਅੰਗੈ ਸਭ ਜਗ ਆਇਆ ਕਾਖੈ ਘੰਗੈ ਕਾਲ ਭਇਆ। ਸੋ ਇਸੇ ਤਰ੍ਹਾਂ ঙ ਨਾਲ ਲੱਗਣ ਵਾਲੇ ਜਿਹੜੇ ਦੁੱਤ ਅੱਖਰ ਗੁਰਬਾਣੀ ਵਿੱਚ ਦਰਸ਼ਨ ਹੁੰਦੇ ਹਨ, ਅੱਧਾ ਰਾਰਾ ਸ਼ਬਦ ਬਣਦਾ ਹੈ ঙ ঙਰਾਸੈ ਕਾਲ ਤਿਹ ਜੋ ਸਾਕਤ ਪ੍ਰਭ ਕੀਨ। ਅੱਧਾ ਹਾਹਾ ਲਾ ਕੇ ਗੁਰਬਾਣੀ ਵਿੱਚ ਸ਼ਬਦ ਦੀ ਵਰਤੋਂ ਹੋਈ ਹੈ ঙ ਦੀ ਅੰਤਰਵਾਸ ਬਹੁਤ ਮੁਸਕਾਈ ਭਰਮ ਭੂਲਾ ਮਿਰਗ ਸਿੰਘਾਰੇ। ਸਿੰਘਾਰੇ, ਸਿੰਘਾਰੇ ਸ਼ਬਦ ਆਉਂਦਾ ਹੈ ਘੱਗੇ ਨਾਲ, ਸਿੰਘਾਰੇ ਨਹੀਂ। ਸੋ ਇਸੇ ਤਰ੍ਹਾਂ ਦੂਜਾ ਅੱਖਰ ਜਿਹੜਾ ਹੈ ਚੱਚੇ ਦੀ ਪੰਕਤੀ ਵਾਲਾ ਅੰਤਲਾ ਅੱਖਰ, ਉਹ ਅੱਖਰ ਹੈ ඤ। ਉਹਨੂੰ ਕੋਈ ਨਈਆਂ ਕਹਿ ਰਿਹਾ ਹੈ, ਕੋਈ ਯਈਆਂ ਕਹਿ ਰਿਹਾ ਹੈ, ਪਰ ਅਸਲ ਅੱਖਰ ਜਿਹੜਾ ਹੈ ඤ। ඤ ਦੇ ਉੱਤੇ ਟਿੱਪੀ ਅਤੇ ඤ ਨੂੰ ਕੰਨਾਂ ਦੇ ਨਾਲ ਹੀ ਇਹ ਅੱਖਰ ਬੋਲਿਆ ਜਾਂਦਾ ਹੈ। ਸੋ ਇੱਕ ਤਰੀਕਾ ਇਹਦਾ ਇਹ ਵੀ ਹੈ ਨੰਨੇ ਨੂੰ ਸਿਹਾਰੀ ਐੜਾ ਨੰਨਾ ਪਲੱਸ ਨੰਨੇ ਨੂੰ ਸਿਹਾਰੀ ਐੜੇ ਨੂੰ ਕੰਨਾ ਅਤੇ ਉੱਤੇ ਬਿੰਦੀ। ਇਸ ਤਰੀਕੇ ਨਾਲ ਵੀ ਕਈ ਉਸਤਾਦ ਬੋਲਣ ਸਿਖਾਉਂਦੇ ਆ ਵੀ ਇਹਨੂੰ ਨਿਆਂ ਨਿਆਂ ਇਸ ਤਰ੍ਹਾਂ ਬੋਲਣ ਸਿੱਖ ਲਈਏ। ਪਰ ਸਿੰਪਲ ਤਰੀਕਾ ਹੈ ਜਿਵੇਂ ਚੱਚਾ, ਛੱਛਾ, ਜੱਜਾ, ਝੱਜਾ ਪਹਿਲੇ ਚਾਰ ਅੱਖਰੇ ਬੋਲੇ ਜਾਂਦੇ ਹਨ,
ਇਸੇ ਤਰ੍ਹਾਂ ਇਹਨਾਂ ਚਾਰੇ ਅੱਖਰਾਂ ਵਾਂਗ ਹੀ ਇਹਨੂੰ ਆਰਾਮ ਨਾਲ ਬੋਲ ਦੇਣਾ ਹੈ। ਨੱਕ ਦੇ ਰਾਹੀਂ ਆਵਾਜ਼ ਬਾਹਰ ਕੱਢ ਕੇ ਨਿਆਂ ਨਿਆਂ। ਨੱਕ ਰਾਹੀਂ ਆਵਾਜ਼ ਬਾਹਰ ਕੱਢ ਦੇਣੀ ਹੈ ਨਿਆਂ। ਨਿਆਂ ਅੱਖਰ ਵੀ ਗੁਰਬਾਣੀ ਦੇ ਵਿੱਚ ਬਹੁਤ ਵਾਰ ਵਰਤਿਆ ਗਿਆ ਹੈ। ਮੁਕਤੇ ਨਾਲ ਆਉਂਦਾ ਹੈ। ਯਤਨ ਕਰਹੁ ਤੁਮ ਅਨਕ ਬਿਧ ਰਹਿਨ ਨ ਪਾਵਹੁ ਮੀਤ। ਕੰਨਾਂ ਲਾ ਕੇ ਇਸ ਸ਼ਬਦ ਨੂੰ ਵਰਤਿਆ ਗਿਆ ਹੈ। ਨਿਆਂ ਨਿਆਣੋ ਦ੍ਰਿੜ ਸਹੀ ਬਿਨ ਸਜਾਤ ਇਹ ਹੇਤ। ਸਿਹਾਰੀ ਲਾ ਕੇ ਵਰਤੋਂ ਹੋਈ ਹੈ। ਨਿਆਨੋ ਬੋਲੇ ਆਪੇ ਬੂਝੈ। ਇਸੇ ਤਰ੍ਹਾਂ ਬਿਹਾਰੀ ਨਾਲ ਵਰਤੋਂ ਹੋਈ ਹੈ। ਸੁੰਨੀ ਦੇਹ ਡਰਾਵਣੀ ਜਾਂ ਜੀਓ ਵਿੱਚ ਹੋ ਜਾਏ। ਇਹਨੂੰ ਸੁੰਨੀ ਨੰਨੇ ਨਾਲ ਨਹੀਂ ਪੜ੍ਹਨਾ, ਨਾ ਹੀ ਝੱਜਾ ਲਾ ਕੇ ਸੁੰਜੀ ਕਰਨਾ ਹੈ। ਔਰ ਕਈ ਤਾਂ ਵੇਖਿਆ ਗਿਆ ਨਿਆਂ ਨੂੰ ਵਾਹਵਾ ਹੀ ਬੋਲਦੇ ਰਹਿੰਦੇ ਹੈ। ਹਾਲਾਂਕਿ ਉਹਨਾਂ ਨੇ ਦੁਨਿਆਵੀ ਤੌਰ 'ਤੇ ਬਹੁਤ ਵੱਡੀਆਂ ਵੱਡੀਆਂ ਡਿਗਰੀਆਂ ਲਈਆਂ ਹੁੰਦੀਆਂ, ਪਰ ਨਿਆਂ ਨੂੰ ਦੇਖ ਕੇ ਇਹਦੀ ਆਵਾਜ਼ ਨੂੰ ਵੀ ਵਾਹਵੇ ਨਾਲ ਬੋਲ ਦਿੰਦੇ ਹਨ। ਬਿਹਾਰੀ ਨਾਲ ਬੋਲਾਂਗੇ ਸੁੰਨੀ ਦੇਹ ਡਰਾਵਣੀ ਜਾਂ ਜੀਓ ਵਿੱਚ ਹੋ ਜਾਏ। ਔਂਕੜ ਨਾਲ ਆਉਂਦਾ ਹੈ ਵੰਝ ਮੇਰੇ ਆਲਸਾ ਹਰ ਪਾਸ ਬੇਨੰਤੀ। ਲਾਂ ਨਾਲ ਜਾਂ ਲਾਵਾਂ ਨਾਲ ਜਿਹੜੀ ਵਰਤੋਂ ਹੋਈ ਹੈ ਗੁਰਬਾਣੀ ਵਿੱਚ, ਸੁੰਨੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਏ। ਦੁਲਾਵਾਂ ਨਾਲ ਵਰਤੋਂ ਹੋਈ ਹੈ। ਨਿਆਂ ਨਦਰ ਕਰੇ ਜਾ ਦੇਖਾ ਦੂਜਾ ਕੋਈ ਨਾਹੀ। ਹੋੜੇ ਨਾਲ ਵਰਤੋਂ ਆਈ ਹੋਈ ਹੈ। ਨਿਉ ਪੇਖੋ ਸੋ ਬਿਨ ਸਤਾਓ ਕਾ ਸਿਉ ਕਰੀਐ ਸੰਗ। ਸੋ ਇਸ ਤਰੀਕੇ ਦੇ ਨਾਲ ਇਹਨਾਂ ਅੱਖਰਾਂ ਦੀ ਵੱਖ-ਵੱਖ ਜਗ੍ਹਾ 'ਤੇ ਗੰਗਾਂ ਦੀ ਅਤੇ ਨਿਆਂ ਦੀ ਵਰਤੋਂ ਹੋਈ ਹੈ। ਗੰਗਾਂ ਨੂੰ ਬੋਲਣ ਦਾ ਇੱਕ ਤਰੀਕਾ ਇਹ ਵੀ ਹੈ ਕਿ ਪਹਿਲਾਂ ŋ ਬੋਲਣ ਸਿੱਖੋ, ਫਿਰ ਉਸ ਤੋਂ ਬਾਅਦ ਗੰਗੇ 'ਤੇ ਟਿੱਪੀ ਗੰਗ ŋ ਗੰਗ। ਫਿਰ ਹੌਲੀ ਹੌਲੀ ਇਹਨੂੰ ਪਹਿਲਾਂ ਉਲਟ ਬੋਲਣਾ ਸਿੱਖੋ, ਫਿਰ ਸਿੱਧਾ ਹੋ ਜਾਏਗਾ ŋ ਗੰਗ ŋ ਗੰਗ ŋ ਗੰਗਾ ਬਣ ਜਾਏਗਾ। ਇਹ ਤਰੀਕਾ ਵੀ ਆਪਾਂ ਵਰਤ ਸਕਦੇ ਹਾਂ। ਨਹੀਂ ਤਾਂ ਸਿੰਪਲ ਤਰੀਕਾ ਇਹ ਹੈ ਵੀ ਜਿਵੇਂ ਪਹਿਲੇ ਅੱਖਰ ਬੋਲੇ ਜਾਂਦੇ ਆ, ਕਿਉਂਕਿ ਗੁਰੂ ਸਾਹਿਬ ਨੇ ਜਦੋਂ ਇਸ 35 ਅੱਖਰੀ ਨੂੰ ਇੱਕ ਤਰਤੀਬ ਦਿੱਤੀ ਹੈ ਗੁਰਮੁਖੀ ਨੂੰ, ਸੋ ਗੁਰਮੁਖੀ ਦੀ ਤਰਤੀਬ ਇਸ ਤਰੀਕੇ ਨਾਲ ਰੱਖੀ ਹੈ ਕਿ ਜਿਵੇਂ ਪਹਿਲਾ ਅੱਖਰ ਪੰਕਤੀ ਦਾ ਸ਼ੁਰੂ ਹੁੰਦਾ ਹੈ, ਉਸੇ ਤਰੀਕੇ ਬਾਕੀ ਦੇ ਸਾਰੇ ਅੱਖਰ ਬੋਲੇ ਜਾਂਦੇ ਆ। ਬਸ ਸਿਰਫ ਇਹਨਾਂ ਅੱਖਰਾਂ ਨੂੰ ਨਾਸਕੀ ਕਰਨ ਦੀ ਭਾਵ ਨੱਕ ਰਾਹੀਂ ਇਹਨਾਂ ਦੀ ਆਵਾਜ਼ ਬਾਹਰ ਕੱਢਣ ਦੀ ਲੋੜ ਹੈ। ਇਹਨਾਂ ਅੱਖਰਾਂ ਦਾ ਉਚਾਰਨ ਉਸੇ ਤਰ੍ਹਾਂ ਹੁੰਦਾ ਜਿਵੇਂ ਬੋਲਦੇ ਹਾਂ ਕੱਕਾ, ਖੱਖਾ, ਗੱਗਾ, ਘੱਗਾ। ਇਸੇ ਤਰ੍ਹਾਂ ਸਿੰਪਲ ਹੀ ਜ਼ੁਬਾਨ ਨੂੰ ਹਿਲਾਏ ਤੋਂ ਬਿਨਾਂ ਕਿਸੇ ਪਾਸੇ ਮੋੜੇ ਤੋਂ ਬਿਨਾਂ ਨੱਕ ਰਾਹੀਂ ਬੋਲ ਦੇਣਾ ŋ ŋ ŋ। ਅਤੇ ਦੂਜਾ ਅੱਖਰ ਜਿਵੇਂ ਚੱਚਾ, ਛੱਛਾ, ਜੱਜਾ, ਝੱਜਾ, ਨਿਆਂ ਨਿਆਂ। ਬਸ ਉਸੇ ਤਰੀਕੇ ਬੋਲਿਆ ਜਾਵੇਗਾ ਜਿਵੇਂ ਚੱਚਾ ਬੋਲਿਆ ਜਾਂਦਾ ਉਸ ਤਰ੍ਹਾਂ ਨਿਆਂ। ਆਵਾਜ਼ ਨੱਕ ਰਾਹੀਂ ਕੱਢਣੀ ਹੈ। ਸੋ ਇਹਨਾਂ ਅੱਖਰਾਂ ਨੂੰ ਔਖੇ ਜਾਣ ਕੇ ਜਾਂ ਕਠਿਨ ਜਾਣ ਕੇ ਛੱਡ ਨਹੀਂ ਦੇਣਾ, ਨਾ ਹੀ ਖਾਲੀ ਕਹਿ ਕੇ ਅੱਗੇ ਲੰਘ ਜਾਣਾ ਹੈ। ਇਹਨਾਂ ਦਾ ਸੰਪੂਰਨ ਉਚਾਰਨ ਕਰਨਾ ਹੈ। ਇਹਨਾਂ ਅੱਖਰਾਂ ਨੂੰ ਬੋਲਣ ਦਾ ਵਾਰ-ਵਾਰ ਅਭਿਆਸ ਕਰੋ ਤਾਂ ਜੋ ਗੁਰਬਾਣੀ ਵਿੱਚ ਆਏ ਹੋਏ ਇਹਨਾਂ ਸ਼ਬਦਾਂ ਦਾ ਸਹੀ ਉਚਾਰਨ ਹੋਵੇ ਅਤੇ ਸਾਡੀ ਗੁਰਮੁਖੀ ਜਾਂ ਪੰਜਾਬੀ ਭਾਸ਼ਾ ਦੇ ਵਿੱਚ ਵੀ ਜਿੱਥੇ ਇਹ ਸ਼ਬਦ ਆਉਂਦੇ ਹੈ, ਜਿਵੇਂ ਨਿਆਂ ਨਾਲ ਵੀ ਬਹੁਤ ਸਾਰੇ ਸ਼ਬਦ ਹੋਰ ਵੀ ਬਣਦੇ ਹੈ। ਤ੍ਰਿੰਜਣ, ਆਮ ਤੌਰ 'ਤੇ ਆਪਾਂ ਤ੍ਰਿੰਜਣ ਕਹਿ ਦਿੰਦੇ ਹਾਂ ਝੱਜੇ ਨਾਲ, ਪਰ ਅਸਲ ਅੱਖਰ ਹੈ ਤ੍ਰਿੰਜਣ। ਇਸੇ ਤਰ੍ਹਾਂ ਇੰਜਣ ਆਪਾਂ ਲਿਖਦੇ ਹਾਂ ਈੜੀ 'ਤੇ ਟਿੱਪੀ, ਈੜੀ ਨੂੰ ਸਿਹਾਰੀ ਉੱਤੇ ਟਿੱਪੀ ਜੱਜਾ ਨਾਣਾ ਇੰਜਣ ਲਿਖਦੇ ਹਾਂ, ਪਰ ਅਸਲ ਸ਼ਬਦ ਹੈ ਇੰਜਣ। ਵੰਝੈ, ਸੁੰਝੈ, ਅਣਜਾਣਾ, ਜੰਝ, ਇਹਨਾਂ ਸ਼ਬਦਾਂ ਨੂੰ ਸਹੀ ਤਰੀਕੇ ਨਾਲ ਲਿਖਣ ਲਈ, ਸਹੀ ਤਰੀਕੇ ਨਾਲ ਬੋਲਣ ਦੇ ਲਈ ŋ ਅਤੇ ඤ ਦੀ ਵਰਤੋਂ ਪੰਜਾਬੀ ਭਾਸ਼ਾ ਦੇ ਵਿੱਚ ਹੁੰਦੀ ਹੈ। ਸੋ ਇਹਨਾਂ ਨੂੰ ਛੱਡਣਾ ਨਹੀਂ। ਇੰਨੀਆਂ ਹੀ ਬੇਨਤੀਆਂ ਪ੍ਰਵਾਨ। ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।